ਅਟਾਰੀ ਵਾਲੇ ਸਰਦਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਰਾਜ ਸਮੇਂ ਇਸ ਘਰਾਣੇ ਦਾ ਪਾਇਆ ਯੋਗਦਾਨ ਬਹੁਤ ਵੱਡਾ ਅਤੇ ਬਹੁਮੁੱਲਾ ਹੈ। ਇਸ ਦਾ ਮੂਲ ਕਾਰਨ ਇਹ ਸੀ ਕਿ ਜਿਸ ਦਿਨ ਤੋਂ ਇਸ ਘਰਾਣੇ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਮੇਲ ਹੋਇਆ, ਉਸ ਦਿਨ ਤੋਂ ਲੈ ਕੇ ਅੰਤ ਤੱਕ ਇਹਨਾਂ ਆਪਣਾ ਤਨ ਮਨ ਤੇ ਸਭ ਕੁਝ ਖਾਲਸਾ ਰਾਜ ਦੀ ਉਸਾਰੀ ਤੇ ਸਥਿਰਤਾ ਲਈ ਹਰ ਵਕਤ ਤਲੀ ਤੇ ਰੱਖਿਆ ਸੀ। ਇਸ ਘਰਾਣੇ ਦਾ ਪਹਿਲਾ ਆਦਮੀ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ, ਨਿਹਾਲ ਸਿੰਘ ਅਟਾਰੀ ਵਾਲਾ ਸੀ। ਇਹ ਮਿਲਣੀ ਸਨ 1801 ਈਸਵੀ ਵਿੱਚ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਬੜੇ ਮਾਣ ਨਾਲ ਆਪਣੇ ਨਾਲ ਆਪ ਨੂੰ ਨਵੀਂ ਤਿਆਰ ਹੋ ਰਹੀ ਖਾਲਸਾ ਫੌਜ ਵਿੱਚ ਵੱਡੀ ਜ਼ਿੰਮੇਵਾਰੀ ਦਾ ਅਹੁਦਾ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ। ਇਸ ਸਰਦਾਰ ਦਾ ਪਹਿਲਾ ਕਾਰਨਾਮਾ 1807 ਵਿੱਚ ਕਸੂਰ ਦੀ ਫਤਿਹ ਸਮੇਂ ਦੇਖਣ ਵਿੱਚ ਆਇਆ, ਜਿਸ ਵਿੱਚ ਇਸ ਨੇ ਐਸੀ ਸਿਰਬਾਜ਼ੀ ਤੋਂ ਕੰਮ ਲਿਆ ਕਿ ਸ਼ੇਰੇ ਪੰਜਾਬ ਦੇ ਦਿਲ ਵਿੱਚ ਇਸ ਦੀ ਸ਼ਖਸੀਅਤ ਨੇ ਡੂੰਘਾ ਘਰ ਕਰ ਲਿਆ। ਮਹਾਰਾਜਾ ਦੀ ਕਦਰਦਾਨੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਦਰਦਾਨੀ ਨਾ ਕੇਵਲ ਜ਼ਬਾਨੀ ਹੀ ਹੁੰਦੀ ਸੀ, ਸਗੋਂ ਉਹ ਜਿਸ ਤੇ ਤਰੁੱਠਦਾ ਹੁੰਦਾ ਸੀ ਉਸ ਨੂੰ ਨਿਹਾਲ ਕਰ ਦਿੰਦਾ ਸੀ। ਇਸ ਸਮੇਂ ਵੀ ਆਪ ਜੀ ਨੇ ਇੱਕ ਨਿਗਾਹ ਨਾਲ ਸਰਦਾਰ ਨਿਹਾਲ ਸਿੰਘ ਨੂੰ ਨਿਹਾਲ ਕਰ ਦਿੱਤਾ। ਅਰਥਾਤ ਕਸੂਰ ਦਾ ਫਤਿਹ ਕੀਤਾ ਹੋਇਆ ਇਲਾਕਾ, ਇਸ ਦੀ ਆਮਦਨੀ 1,07,000 ਰੁਪਏ ਸੀ, ਸਰਦਾਰ ਨਿਹਾਲ ਸਿੰਘ ਨੂੰ ਜਾਗੀਰ ਵਜੋਂ ਦੇ ਦਿੱਤਾ। ਸਨ 1810 ਵਾਲੀ ਮੁਲਤਾਨ ਦੀ ਲੜਾਈ ਵਿੱਚ ਸਰਦਾਰ ਨਿਹਾਲ ਸਿੰਘ ਨੇ ਆਪਣੀ ਸਿਰ ਧੜ ਦੀ ਬਾਜ਼ੀ ਲਾ ਕੇ ਐਸਾ ਕੌਮੀ ਪਿਆਰ ਦਾ ਨਮੂਨਾ ਦੱਸਿਆ ਕਿ ਸ਼ੇਰੇ ਪੰਜਾਬ ਤੋਂ ਲੈ ਕੇ ਸਾਰੇ ਦੇਖਣ ਵਾਲੇ ਹੱਕੇ ਬੱਕੇ ਰਹਿ ਗਏ। ਉਹ ਘਟਨਾ ਇਸ ਤਰ੍ਹਾਂ ਹੈ ਕਿ ਜਦ ਕਿਲੇ ਤੇ ਫਤਿਹ ਪਾਉਣ ਵਿੱਚ ਔਕੜ ਦਿਸੀ ਤਾਂ ਸ਼ੇਰੇ ਪੰਜਾਬ ਦੀ ਮੰਗ ਤੇ ਸਰਦਾਰ ਨਿਹਾਲ ਸਿੰਘ ਸਭ ਤੋਂ ਮੂਹਰੇ ਕਿਲੇ ਦੀ ਦੀਵਾਰ ਹੇਠ ਬਾਰੂਦੀ ਸਰੁੰਗਾਂ ਦੇ ਲਗਾਉਣ ਲਈ ਕਿਲੇ ਵੱਲ ਪੁੱਜਾ ਸੀ। ਇਸ ਸਮੇਂ ਜਦ ਸਰੁੰਗਾਂ ਦੇ ਪਲੀਤਿਆਂ ਨੂੰ ਦਾਗਿਆ ਗਿਆ ਤਾਂ ਇੱਕ ਭਿਆਨਕ ਧਮਾਕੇ ਨਾਲ ਕਿਲੇ ਦੀ ਦੀਵਾਰ ਉੱਡ ਗਈ, ਪਰ ਇਸ ਸਮੇਂ ਵੱਧ ਰਹੀ ਅੱਗ ਨਾਲ ਇਸ ਦਾ ਸਾਰਾ ਸਰੀਰ ਸੜ ਕੇ ਛਾਲੇ-ਛਾਲੇ ਹੋ ਗਿਆ ਸੀ। ਫਿਰ ਇਸ ਦੇ ਬਾਅਦ ਕਸ਼ਮੀਰ, ਪਿੰਡ ਦਾਦਨ ਖਾਨ, ਇਲਾਕਾ ਅਟਕ, ਨੀਲਾ ਦੁੱਲਾ ਤੇ ਚੱਕਵਾਲ ਆਦਿ ਸੰਗਰਾਮਾਂ ਵਿੱਚ ਆਪ ਬੜੀ ਜੀਦਾਰੀ ਨਾਲ ਲੜੇ ਸਨ। ਇਹ ਸਾਰੇ ਇਲਾਕੇ ਖਾਲਸਾ ਰਾਜ ਨਾਲ ਮਿਲਾਏ ਗਏ ਸਨ। ਵੱਡੀ ਕੁਰਬਾਨੀ। ਉੱਪਰ ਦਸੀਆਂ ਘਟਨਾਵਾਂ ਵੀ ਤਾਂ ਇਸ ਦੇ ਨਾਮ ਨੂੰ ਸਦਾ ਲਈ ਉਜਾਗਰ ਰੱਖਣ ਲਈ ਕੋਈ ਘਟ ਨਹੀਂ, ਪਰ ਇਸ ਦੀ ਅਖੀਰਲੀ ਤੇ ਅਜੀਬ ਕਰਨੀ ਨੇ ਤਾਂ ਸਾਰੇ ਸੰਸਾਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ। ਸਰਦਾਰ ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਲਈ ਅਗਾਧ ਪਿਆਰ ਤੇ ਸ਼ਰਧਾ ਛਲਕ ਪੈਂਦੀ ਸੀ। ਸਨ 1819 ਵਿੱਚ ਸ਼ੇਰੇ ਪੰਜਾਬ ਸਖਤ ਬਿਮਾਰ ਪੈ ਗਏ। ਫਕੀਰ ਅਜ਼ੀਜ਼ੁਦੀਨ ਦਾ ਖਿਆਲ ਸੀ ਕਿ ਮਹਾਰਾਜਾ ਸਾਹਿਬ ਨੂੰ ਮੁਆਰਕਾ ਤਾਪ ਸੀ। ਬੜੇ ਇਲਾਜ ਕੀਤੇ ਗਏ, ਪਰ ਕਿਸੇ ਦਵਾ ਨੇ ਰੋਗ ਨਾ ਘਟਿਆ। ਹਾਲਤ ਇਥੋਂ ਤੱਕ ਨਾਜ਼ੁਕ ਹੋ ਗਈ ਕਿ ਹੁਣ ਆਪਣੇ ਆਪ ਪਾਸਾ ਬਦਲਣ ਤੋਂ ਵੀ ਅਸਮਰੱਥ ਹੋ ਗਏ। ਇਸ ਹਾਲਤ ਨੂੰ ਦੇਖਦੇ ਹੋਏ ਸਾਰੇ ਵੈਦ ਅਤੇ ਹਕੀਮ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਕੁਝ ਨਿਰਾਸ਼ ਜਿਹੇ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰੋਗ ਦਾ ਜਦ ਨਿਹਾਲ ਸਿੰਘ ਨੂੰ ਪਤਾ ਲੱਗਾ ਤਾਂ ਆਪਣੀ ਦੇਹ ਪ੍ਰਾਣ ਤੋਂ ਵੀ ਵੱਧ ਪਿਆਰੇ ਮਹਾਰਾਜਾ ਦੇ ਪਿਆਰ ਨੇ ਇਸ ਦੇ ਮਨ ਵਿੱਚ ਐਸਾ ਉਛਾਲਾ ਖਾਧਾ ਕਿ ਆਪ ਛੇਤੀ ਨਾਲ ਸ਼ੇਰੇ ਪੰਜਾਬ ਦੇ ਪਲੰਘ ਪਾਸ ਆ ਖਲੋਤੇ ਅਤੇ ਆਪਣੇ ਸਿਦਕ ਭਰੇ ਹਿਰਦੇ ਨਾਲ ਅਰਦਾਸਾ ਸੋਧਿਆ ਤੇ ਆਖਿਆ, ਹੇ ਅਕਾਲ ਪੁਰਖ, ਮਹਾਰਾਜਾ ਸਾਹਿਬ ਦਾ ਰੋਗ ਮੈਨੂੰ ਲਾ ਦਿਓ ਅਤੇ ਉਹਨਾਂ ਨੂੰ ਅਰੋਗਤਾ ਬਖਸ਼ੋ। ਇਹ ਕਹਿ ਕੇ ਆਪ ਨੇ 3 ਵਾਰੀ ਸ਼ੇਰੇ ਪੰਜਾਬ ਦੇ ਪਲੰਘ ਦੇ ਦੁਆਲੇ ਪ੍ਰਕਰਮਾਂ ਕੀਤੀਆਂ। ਕਰਨਾ ਕਰਤਾਰ ਦਾ ਐਸਾ ਹੋਇਆ ਕਿ ਉਸੇ ਪਲ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਮੋੜਾ ਖਾਣ ਲੱਗ ਪਈ ਅਤੇ ਸਰਦਾਰ ਨਿਹਾਲ ਸਿੰਘ ਦਿਨੋਂ ਦਿਨ ਰੋਗ ਗ੍ਰਸਤ ਹੁੰਦਾ ਗਿਆ। ਇਸ ਦਾ ਅੰਤਮ ਨਤੀਜਾ ਇਹ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਨਵਾਂ ਨਰੋਆ ਹੋ ਗਿਆ ਤੇ ਸਰਦਾਰ ਨਿਹਾਲ ਸਿੰਘ ਸਦਾ ਲਈ ਮਿੱਠੀ ਨੀਂਦੇ ਸੌਂ ਗਿਆ। ਇਹ ਘਟਨਾ ਸ਼ਾਇਦ ਕਈ ਆਦਮੀਆਂ ਨੂੰ ਸਮਝ ਵਿੱਚ ਨਾ ਆ ਸਕੇ, ਪਰ ਸਿਦਕ ਭਰੇ ਮਨਾਂ ਦੀ ਆਤਮਿਕ ਸ਼ਕਤੀ ਬੜੀ ਪ੍ਰਬਲ ਹੁੰਦੀ ਹੈ। ਸਰ ਲੈਪਨ ਗ੍ਰਿਫਨ ਨੇ
ਇਸ ਗੱਲ ਨੂੰ ਪੜਤਾਲਣ ਦੇ ਉਪਰੰਤ ਆਪਣੇ ਰਚਿਤ ਇਤਿਹਾਸ ਵਿੱਚ ਵਿਸਥਾਰ ਨਾਲ ਲਿਖਿਆ ਹੈ। ਸਰਦਾਰ ਸ਼ਾਮ ਸਿੰਘ ਦੇ ਕਾਰਨਾਮੇ। ਸਰਦਾਰ ਨਿਹਾਲ ਸਿੰਘ ਦੇ ਜੀਵਨ ਸਮੇਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪ ਦੇ ਅਦੁੱਤੀ ਹਰ ਸ਼ਾਮ ਦੀ ਜੰਗੀ ਸੇਵਾ ਲਈ ਤੋਪਖਾਨੇ ਵਿੱਚ ਜ਼ਿੰਮੇਵਾਰ ਅਫਸਰ ਨਿਯਤ ਕਰ ਦਿੱਤਾ ਸੀ। ਸਨ 1818 ਦੀ ਨਵਾਬ ਮੁਜ਼ੱਫਰ ਖਾਨ ਦੀ ਮੁਲਤਾਨ ਵਾਲੀ ਲੜਾਈ ਸਮੇਂ ਆਪ ਦੇ ਤੋਪਖਾਨੇ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ ਸੀ। ਜਦ ਕਿਲੇ ਦੀ ਕੰਧ ਵਿੱਚ ਦਰਾੜ ਪੈ ਗਈ ਤਾਂ ਇਸ ਸਮੇਂ ਬਾਬਾ ਫੂਲਾ ਸਿੰਘ ਜੀ ਦੇ ਨਾਲ ਸਭ ਤੋਂ ਪਹਿਲਾਂ ਕਿਲੇ ਵਿੱਚ ਢਹਿ ਵੜਨ ਵਾਲਿਆਂ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਵੀ ਸੀ ਅਤੇ ਇਸੇ ਸਰਦਾਰ ਨੇ ਨਵਾਬ ਦੇ ਵੱਡੇ ਪੁੱਤਰ ਨਵਾਬਜ਼ਾਦਾ ਸ਼ਾਹ ਨਿਵਾਜ਼ ਖਾਨ ਨਾਲ ਹੱਥੋਂ ਹੱਥ ਤਲਵਾਰ ਚਲਾਉਂਦਿਆਂ ਉਸ ਐਸਾ ਕਾਰੀਵਾਰ ਕੀਤਾ ਜਿਸ ਨਾਲ ਉਹ ਜ਼ਮੀਨ ਤੇ ਢੇਰ ਹੋ ਗਿਆ। ਕਿਲੇ ਵਿੱਚ ਸਰਦਾਰ ਸ਼ਾਮ ਸਿੰਘ ਨੂੰ ਕਈ ਫੱਟ ਲੱਗੇ ਸਨ। ਸਨ 1834 ਵਿੱਚ ਬੰਨੂ ਦੀ ਫਤਿਹ ਸਮੇਂ ਆਪ ਨੇ ਵੈਰੀ ਦਾ ਇੰਨੀ ਜੀਦਾਰੀ ਨਾਲ ਟਾਕਰਾ ਕੀਤਾ ਸੀ ਕਿ ਇਸ ਸਮੇਂ ਮੁੜ ਆਪ ਸਖਤ ਫੱਟੜ ਹੋਏ ਸਨ ਤੇ ਆਪ ਦਾ ਘੋੜਾ ਆਪ ਦੀਆਂ ਗਲਾਂ ਵਿੱਚ ਗੋਲੀ ਨਾਲ ਮਰ ਗਿਆ ਸੀ। ਸਰਦਾਰ ਸ਼ਾਮ ਸਿੰਘ ਦੀਆਂ ਸਾਰੀਆਂ ਕੁਰਬਾਨੀਆਂ ਦਾ ਵੇਰਵਾ ਜੋ ਆਪ ਨੇ ਖਾਲਸਾ ਰਾਜ ਦੇ ਵਾਧੇ ਲਈ ਕੀਤੀਆਂ ਬਿਆਨ ਕਰਨ ਲਈ ਗੁੰਜਾਇਸ਼ ਨਹੀਂ। ਕੇਵਲ ਇੰਨਾ ਹੀ ਬਿਆਨ ਕਰਦੇ ਹਾਂ। ਸਨ 1818 ਤੋਂ 1846 ਤੱਕ ਸ਼ਾਇਦ ਹੀ ਕੋਈ ਐਸੀ ਮੁਹਿੰਮ ਹੋਵੇ ਜਿਸ ਵਿੱਚ ਸਰਦਾਰ ਸ਼ਾਮ ਸਿੰਘ ਨੇ ਆਪਣਾ ਬਹੁਮੁੱਲਾ ਲਹੂ ਨਾ ਡੋਲਿਆ ਹੋਵੇ। ਇਹੀ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਆਪ ਜੀ ਦੀ ਬਹੁਤ ਬੜੀ ਇੱਜ਼ਤ ਕਰਦੇ ਸਨ, ਇਥੋਂ ਤੱਕ ਕਿ ਉਹਨਾਂ ਨੇ ਆਪਣੇ ਲਾਡਲੇ ਪੋਤਰੇ ਕੰਵਰ ਨਿਹਾਲ ਸਿੰਘ ਦਾ ਵਿਆਹ ਆਪ ਜੀ ਦੀ ਕੰਨਿਆ ਬੀਬੀ ਨਾਨਕੀ ਜੀ ਨਾਲ ਕੀਤਾ ਸੀ। ਇਸ ਸੰਜੋਗ ਤੇ ਸ਼ੇਰੇ ਪੰਜਾਬ ਬੜਾ ਫਖਰ ਕਰਿਆ ਕਰਦੇ ਸਨ। ਬੂਟੇ ਸ਼ਾਹ ਲਿਖਦਾ ਹੈ ਕਿ ਇਸ ਖੁਸ਼ੀ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਰੁਪਇਆ ਪਾਣੀ ਵੱਤ ਵਗਾਇਆ ਸੀ। ਕੇਵਲ ਧਾਰਮਿਕ ਕੰਮਾਂ ਲਈ 9 ਲੱਖ ਰੁਪਇਆ ਦਾਨ ਕੀਤਾ ਗਿਆ। ਇਸ ਸ਼ਾਦੀ ਪਰ ਦੂਰ ਦੂਰ ਤੋਂ ਬੜੇ ਬੜੇ ਰਾਜੇ ਮਹਾਰਾਜੇ ਨਵਾਬ ਤੇ ਖਾਨ ਸਣੇ ਆਪਣੀਆਂ ਫੌਜਾਂ ਦੇ ਆਏ ਸਨ। ਬ੍ਰਿਟਿਸ਼ ਗਵਰਨਰ ਵੱਲੋਂ ਸਰ ਹੈਨਰੀ ਫੈਨ ਕਮਾਂਡਰ ਇਨ ਚੀਫ ਹਿੰਦ ਸਣੇ ਲੇਡੀ ਫੈਨ ਦੇ ਸਟਾਫ ਦੇ ਪਹੁੰਚੇ ਹੋਏ ਸਨ। ਇਹਨਾਂ ਸਾਰੇ ਜਾਂਜੀਆਂ ਦੀ ਗਿਣਤੀ 5 ਲੱਖ ਦਾ ਟਿਕਾਣਾ ਸੀ। ਇਸ ਸਮੇਂ ਸਰਦਾਰ ਸ਼ਾਮ ਸਿੰਘ ਨੇ ਜਿਸ ਸ਼ਾਨ ਨਾਲ ਆਪਣੇ ਉੱਚੇ ਪਰੌਣਿਆਂ ਦੀ ਪ੍ਰਾਹੁਣਾਚਾਰੀ ਕੀਤੀ ਉਸ ਨੂੰ ਦੇਖ ਕੇ ਸਾਰੇ ਦਰਸ਼ਕ ਹੈਰਾਨ ਰਹਿ ਗਏ ਸਨ। ਹਰ ਇੱਕ ਮਹਿਮਾਨ ਦੇ ਆਰਾਮ ਲਈ ਬਿਸਤਰੇ ਵਿੱਚ 30 ਤਰ੍ਹਾਂ ਦੇ ਬਹੁਮੁੱਲੇ ਕੱਪੜੇ ਮੌਜੂਦ ਸਨ। ਸਰਦਾਰ ਜੀ ਵੱਲੋਂ ਲੜਕੀ ਨੂੰ ਦਾਜ ਵਿੱਚ 11 ਹਾਥੀ, 100 ਘੋੜੇ, 100 ਊਠ, 101 ਲਵੇਰੀਆਂ ਗਊਆਂ ਤੇ 100 ਮਈਆਂ, 500 ਕਸ਼ਮੀਰੀ ਸ਼ਾਲ ਅਤੇ ਬਹੁਤ ਭਾਰੀ ਰਕਮ ਦੇ ਜੜਤੂ ਗਹਿਣੇ ਤੇ ਸੋਨੇ ਚਾਂਦੀ ਦੇ ਭਾਂਡੇ ਆ ਦਿੱਤੇ। ਇਸ ਤੋਂ ਛੁੱਟ ਪਰੌਣਿਆਂ ਦੀ ਆਗਤ ਭਾਗਤ ਪਰ 15 ਲੱਖ ਰੁਪਇਆ ਖਰਚ ਹੋਇਆ ਸੀ। ਇਸ ਵਿਆਹ ਦੇ ਥੋੜੇ ਦਿਨਾਂ ਬਾਅਦ ਸਰਦਾਰ ਸ਼ਾਮ ਸਿੰਘ ਨੂੰ ਸਰਦਾਰ ਹਰੀ ਸਿੰਘ ਨਲੂਏ ਦੇ ਚਲਾਣੇ ਤੇ ਪੇਸ਼ਾਵਰ ਦੀ ਫੌਜ ਦਾ ਫੌਜਦਾਰ ਮੁਕਰਰ ਕੀਤਾ ਗਿਆ, ਪਰ ਆਪ ਇਸ ਅਹੁਦੇ ਤੇ ਸਨ 1841 ਤੱਕ ਰਹੇ। ਅੰਤਮ ਕੁਰਬਾਨੀ। ਇਸ ਤਰ੍ਹਾਂ ਸਰਦਾਰ ਸ਼ਾਮ ਸਿੰਘ ਆਪਣੇ ਜੀਵਨ ਪਰਯੰਤ ਖਾਲਸਾ ਰਾਜ ਲਈ ਵੱਡੀਆਂ ਘਾਲਾਂ ਘਾਲ ਕੇ ਅੰਤ 10 ਫਰਵਰੀ 1846 ਨੂੰ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ ਆਪਣੀ ਪਿਆਰੀ ਕੌਮ ਦੀ ਇੱਜ਼ਤ ਤੋਂ ਕੁਰਬਾਨ ਹੋ ਗਿਆ। ਇਸ ਜੰਗ ਵਿੱਚ ਆਪ ਨੇ ਇਤਨੀ ਬਹਾਦਰੀ ਦੱਸੀ ਕਿ ਮਿੱਤਰ ਤੇ ਸ਼ਤਰੂ ਆਪ ਦੀ ਸ਼ਲਾਘਾ ਕਰਦੇ ਸਨ। ਖਾਲਸਾ ਰਾਜ ਦੇ ਉਸ ਰਈਏ। ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।